ਜੰਮੂ ਤੋਂ ਬੰਦੇ ਆਏ। ਨੱਥੂ ਨੰਗਲ ਜੀ ਉਹ ਪੰਜਾਬ ਚ ਨਹੀਂ ਜੰਮੂ ਵਾਲਾ ਬਟਰ ਮੈਂ ਕੀ ਕਹਿ ਰਿਹਾ ਵੀ ਜਿਹੜਾ ਕਰਦਾ ਅੱਜ ਦੀ ਪ੍ਰੈਸ ਕਾਨਫਰੰਸ ਬਾਰੇ ਮੇਰੇ ਖਿਆਲ ਤੁਸੀਂ ਵੀ ਸਾਰੇ ਚੰਗੀ ਤਰ੍ਹਾਂ ਜਾਣਦੇ ਹੋ ਵੀ ਹਿੰਦੁਸਤਾਨ ਦੀ ਹਿਸਟਰੀ ਦੇ ਵਿੱਚ ਪਹਿਲੀ ਵਾਰ ਕੋਈ ਐਸੀ ਮੰਦਭਾਗੀ ਘਟਨਾ ਜਿਹੜੀ ਉਹ ਗੱਲ ਹੋਈ ਹੈ। ਮਾਨਯੋਗ ਸਾਡੇ ਪ੍ਰਧਾਨ ਮੰਤਰੀ ਸ਼੍ਰੀਮਾਨ ਨਰਿੰਦਰ ਮੋਦੀ ਜੀ, ਕਿਉਂਕਿ ਕੱਲ੍ਹ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਇੱਕ ਬਹੁਤ ਵੱਡੀ ਰੈਲੀ ਫਿਰੋਜ਼ਪੁਰ ਵਿੱਚ ਹੋਣੀ ਸੀ, ਉਹਦੇ ਵਿੱਚ ਉਹਨਾਂ ਦੀ ਸ਼ਮੂਲੀਅਤ ਹੋਣੀ ਸੀ। ਲੇਕਿਨ ਬੜੇ ਦੁੱਖ ਨਾਲ ਇਹ ਕਹਿਣਾ ਪੈ ਰਿਹਾ ਹੈ ਵੀ ਜਿੱਥੇ ਸਾਡੇ ਵਰਕਰਾਂ ਦਾ ਹਜੂਮ ਉਸ ਰੈਲੀ ਵੱਲ ਲਗਾਤਾਰ ਸਵੇਰ ਤੋਂ ਲੈ ਕੇ ਵਧ ਰਿਹਾ ਸੀ, ਕਿਉਂਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬੱਸਾਂ ਦੇ ਰਾਹੀਂ ਸਾਡੇ ਜਿਹੜੇ ਵਰਕਰ ਸਾਹਿਬਾਨ ਸੀ ਉੱਥੇ ਸਭ ਪਹੁੰਚ ਰਹੇ ਸੀ। ਲੇਕਿਨ ਜੋ ਉੱਥੇ ਦੇਖਣ ਨੂੰ ਮਿਲਿਆ, ਕਿਉਂਕਿ ਮੈਂ ਰੈਲੀ ਦੇ ਵਿੱਚ 3 ਦਿਨ ਪਹਿਲਾਂ ਹੀ ਸਟੇਟ ਪ੍ਰਧਾਨ ਸਾਡੇ ਸ਼੍ਰੀਮਾਨ ਅਸ਼ਵਨੀ ਸ਼ਰਮਾ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਉੱਥੇ ਪਹੁੰਚ ਗਿਆ ਸੀ ਤੇ ਅਸੀਂ ਸਾਰੇ ਉਸ ਅਰੇਂਜਮੈਂਟ ਦੇ ਵਿੱਚ ਲੱਗੇ ਹੋਏ ਸੀ। ਇਹ ਦੇਖਣ ਨੂੰ ਮਿਲਿਆ ਵੀ ਜਿਹੜੀ ਪੁਲਿਸ ਪ੍ਰਸ਼ਾਸਨ, ਜਿਹੜਾ ਲੋਕਲ ਸਾਡਾ ਪ੍ਰਸ਼ਾਸਨ ਹੈ ਸਟੇਟ ਦਾ, ਉਹ ਇੱਕ ਮੂਕ ਦਰਸ਼ਕ ਬਣ ਕੇ ਸਾਰਾ ਕੁਝ ਦੇਖਦਾ ਰਿਹਾ। ਫਿਰੋਜ਼ਪੁਰ ਦੇ ਆਲੇ ਦੁਆਲੇ ਵੀ ਅਲੱਗ-ਅਲੱਗ ਰੂਟਾਂ ਦੇ ਉੱਤੇ ਵੀ ਜਿਹੜੀ ਪੁਲਿਸ ਉੱਥੇ ਖੜੀ ਸੀ ਸਾਡੀ ਹਿਫਾਜ਼ਤ ਦੇ ਲਈ ਜਾਂ ਉਸ ਨੂੰ ਜਿਹੜੀ ਟ੍ਰੈਫਿਕ ਸੀ ਉਹਨੂੰ ਸਹੀ ਦਿਸ਼ਾ ਦੇਣ ਵਾਸਤੇ ਖੜਾਈ ਹੋਈ ਸੀ। ਜਿਵੇਂ ਕਿ ਇਹਨਾਂ ਦੀ ਕੋਈ ਟੈਂਟੇਟਿਵ ਫਿਗਰ ਹੈ ਵੀ 10,000 ਬੰਦਾ ਅਜੇ ਦੱਸਦੇ ਨੇ ਵੀ ਅਸੀਂ ਲਾਇਆ ਸੀ, ਲੇਕਿਨ ਅਸੀਂ ਇਹ ਦੇਖਿਆ ਵੀ ਜੇ ਕੋਈ 50 ਜਾਂ 40 ਬੰਦੇ ਕੋਈ ਸੋ ਕਾਲ ਕਿਸਾਨ ਲੀਡਰ ਕਹਿ ਲਈਏ ਉਹਨਾਂ ਨੂੰ, ਜਾਂ ਕੋਈ ਸ਼ਰਾਰਤੀ ਅਨਸਰ ਕਹਾਂਗੇ ਵੀ ਉਹ ਕਿਤੇ ਵੀ ਜਗ੍ਹਾ ਦੇ ਉੱਤੇ ਆ ਕੇ ਖੜ ਜਾਂਦੇ ਸੀ, ਜਾਮ ਲਾ ਲੈਂਦੇ ਸੀ ਆ ਕੇ, ਤੇ ਪੁਲਿਸ ਉਹਨਾਂ ਨੂੰ ਕੁਝ ਨਹੀਂ ਕਹਿਣਾ ਸੀ ਉਹਨਾਂ ਨੇ, ਬਲਕਿ ਸਾਡੀਆਂ ਜਿਹੜੀਆਂ ਬੱਸਾਂ ਸੀ ਉਹਨਾਂ ਨੂੰ ਡਾਈਵਰਟ ਕਰਨਾ ਸ਼ੁਰੂ ਕਰ ਦਿੰਦੇ ਸੀ। ਅਸੀਂ ਸਵੇਰ ਤੋਂ ਇਸ ਚੀਜ਼ ਨੂੰ ਦੇਖ ਰਹੇ ਸੀ। ਡੀਜੀਪੀ ਸਾਹਿਬ ਵੀ ਸਾਡੇ ਨਾਲ ਉੱਥੇ ਸਟੇਜ ਦੇ ਉੱਤੇ ਸੀਗੇ। ਜਦੋਂ ਕਿਸੇ ਜ਼ਿਲ੍ਹਾ ਪ੍ਰਧਾਨ ਦਾ ਫੋਨ ਆਉਂਦਾ ਵੀ ਪ੍ਰਧਾਨ ਜੀ ਇੱਥੇ ਸਾਡਾ, ਮੈਂ ਲਾਈਵ ਕਰਕੇ ਵੀ ਡੀਜੀਪੀ ਸਾਹਿਬ ਨੂੰ ਦਿਖਾਇਆ। ਸਾਡੇ ਸਟੇਟ ਪ੍ਰੈਜ਼ੀਡੈਂਟ ਸਾਹਿਬ ਨੇ ਵੀ ਕਿਹਾ, ਸਾਡੇ ਜਿਹੜੇ ਇਲੈਕਸ਼ਨ ਇੰਚਾਰਜ ਨੇ ਸ਼੍ਰੀਮਾਨ ਸ਼ੇਖਾਵਤ ਜੀ, ਉਹਨਾਂ ਨੇ ਵੀ ਬਾਰ-ਬਾਰ ਉਹਨਾਂ ਨੂੰ ਕਿਹਾ ਵੀ ਤੁਸੀਂ ਇਹਨਾਂ ਦਾ ਕੋਈ ਅਰੇਂਜਮੈਂਟ ਸਹੀ ਤਰੀਕੇ ਨਾਲ ਕਰੋ। ਪ੍ਰਧਾਨ ਮੰਤਰੀ ਜੀ ਦਾ ਜਿਹੜਾ ਰੂਟ ਸੀ ਉਹ ਤੈਅ ਸੀ ਵੀ ਬਾਈ ਏਅਰ ਉਹਨਾਂ ਨੇ ਇੱਥੇ ਆਉਣਾ ਸੀ, ਬਟ ਮੌਸਮ ਦੀ ਖਰਾਬੀ ਹੋਣ ਕਰਕੇ ਬਠਿੰਡੇ ਤੋਂ ਜਿਹੜਾ ਰੂਟ ਹੈ ਉਹਨਾਂ ਦਾ ਬਾਈ ਰੋਡ ਹੋ ਗਿਆ ਸੀ। ਔਰ ਇਹ ਪ੍ਰਸ਼ਾਸਨ ਦੇ ਵਿੱਚ ਬਹੁਤ ਸਾਰੀ ਗੱਲ ਇਹ ਪਹਿਲਾਂ ਇਹਨਾਂ ਨੂੰ ਸਾਰੀ ਸਟੇਟ ਗਵਰਨਮੈਂਟ ਨੂੰ ਕਲੀਅਰ ਹੋ ਗਈ ਸੀ। ਲੇਕਿਨ ਅਸੀਂ ਹੈਰਾਨ ਆ ਵੀ ਦੇਸ਼ ਦਾ ਪ੍ਰਧਾਨ ਮੰਤਰੀ ਇੱਥੇ ਆ ਰਿਹਾ ਹੋਵੇ ਔਰ ਸਾਡਾ ਮੁੱਖ ਮੰਤਰੀ ਜਿਹੜਾ ਕਿ ਉਸ ਸਮੇਂ ਫੋਨ ਵੀ ਨਾ ਚੱਕਿਆ, ਔਰ ਉਹਨਾਂ ਦਾ ਕਾਫਲਾ 25 ਤੋਂ 30 ਮਿੰਟ ਜਿਹੜਾ ਇੱਕ ਟੈਂਟੇਟਿਵ ਫਿਗਰ ਆਈ ਹੈ ਵੀ ਉੱਥੇ ਇੱਕ ਇਹੋ ਜਿਹੇ ਪੁਲ ਦੇ ਉੱਤੇ, ਹਾਲਾਂਕਿ ਆਪਾਂ ਸੜਕ ਦੇ ਉੱਤੇ ਕਾਫਲਾ ਹੋਵੇ ਉੱਥੇ ਥੋੜੀ ਜੀ ਘੱਟ ਹੁੰਦੀ ਆ, ਉਹ ਪੁਲ ਦੇ ਉੱਪਰ ਆਪਾਂ ਖੜਿਆ ਜਦੋਂ ਬੰਦਾ ਹੋਰ ਵੀ ਜ਼ਿਆਦਾ ਉਹ। ਪਿੱਛੇ ਜੇ ਹੁਣ ਇੱਕ ਟੀਵੀ ਦੇ ਉੱਤੇ ਸ਼ਾਮ ਨੂੰ ਬਿਆਨ ਵੀ ਆਇਆ, ਉੱਥੇ ਦੇ ਕੋਈ ਕਿਸਾਨ ਲੀਡਰ ਨੇ ਸਰਜੀਤ ਫੁੱਲ, ਉਹਨੇ ਆਪ ਦੱਸਿਆ, ਇਹ ਵੀਡੀਓ ਆਈ ਉਹਨਾਂ ਦੀ ਵਾਇਰਲ ਹੋ ਕੇ, ਵੀ ਸਾਨੂੰ ਐਸਐਸਪੀ ਫਿਰੋਜ਼ਪੁਰ ਨੇ ਦੱਸਿਆ ਵੀ ਜਿਹੜਾ ਇਹ ਰੂਟ ਹੈ ਪ੍ਰਧਾਨ ਮੰਤਰੀ ਜੀ ਦਾ ਵੀ ਇਸ ਪਾਸਿਓਂ ਆ ਰਹੇ ਨੇ। ਸੋ ਇਹ ਕਿਤੇ ਨਾ ਕਿਤੇ ਇਹਨਾਂ ਦੀ ਕਨਸਪੀਰੇਸੀ ਸੀ ਕਾਂਗਰਸ ਦੀ ਗਵਰਨਮੈਂਟ ਦੀ, ਔਰ ਇਹਨਾਂ ਨੇ ਮਤਲਬ ਕਿਸ ਹੱਦ ਤੱਕ ਕਿਸ ਗੰਦੀ ਰਾਜਨੀਤੀ ਦੇ ਉਤਰੀ ਹੈ ਕਾਂਗਰਸ, ਇਹਨਾਂ ਦੇ ਮਨਸੂਬਿਆਂ ਤੋਂ ਪਤਾ ਲੱਗਦਾ ਹੈ। ਇਹਨਾਂ ਨੂੰ ਇਸ ਚੀਜ਼ ਦੀ ਕੋਈ ਚਿੰਤਾ ਨਹੀਂ ਜਾਂ ਭਵਿੱਖ ਸਾਡੇ ਪੰਜਾਬ ਦਾ ਭਵਿੱਖ ਕਿਸ ਪਾਸੇ ਅਸੀਂ ਲੈ ਕੇ ਜਾ ਰਹੇ ਹਾਂ। ਇਹ ਸਿਰਫ ਘਟੀਆ ਰਾਜਨੀਤੀ ਦੇ ਉੱਤੇ ਉਤਰੇ ਹੋਏ ਨੇ, ਔਰ ਇਸ ਕਰਕੇ ਹੀ ਇਹਨਾਂ ਨੇ ਜਿਹੜਾ ਕੱਲ ਸਾਰਾ ਵਰਤਾਰਾ ਹੋਇਆ ਹੈ, ਪੰਜਾਬ ਦੇ ਲਈ ਬਹੁਤ ਵੱਡੀ ਸੁਗਾਤ ਉਹਨਾਂ ਨੇ ਦੇਣੀ ਸੀ। ਪੰਜਾਬ ਦੀ ਰੂਪ ਰੇਖਾ ਨੂੰ ਜਿਹੜੀ ਸੀ ਕਿਸੇ ਪਾਸੇ ਹੋਰ ਜਾਣੀ ਸੀ, ਕਿਉਂਕਿ ਪ੍ਰਧਾਨ ਮੰਤਰੀ ਜੀ ਇੱਕ ਪੈਕੇਜ ਵੀ ਸੀ, ਜਾਂ ਜਿਹੜੀਆਂ ਗੱਲਾਂ ਆ ਰਹੀਆਂ ਸੀ ਬਹੁਤ ਕੁਝ ਪੰਜਾਬ ਨੂੰ ਮਿਲਣਾ ਸੀ। ਮੈਂ ਕਹਿ ਰਿਹਾ ਵੀ ਕਾਂਗਰਸ ਸਰਕਾਰ ਦੀ ਇਸ ਨਾਲੋਂ ਜਿੰਨੀ ਨਿਖੇਧੀ ਕੀਤੀ ਜਾਵੇ ਉਨੀ ਥੋੜੀ ਹੈ। ਮੁੱਖ ਮੰਤਰੀ ਇਹਨਾਂ ਦੇ ਵਿੱਚ ਰਲਿਆ ਹੋਇਆ ਸੀ ਚੰਨੀ ਜੀ, ਔਰ ਇਹਨਾਂ ਦਾ ਸਾਰਾ ਪੁਲਿਸ ਪ੍ਰਸ਼ਾਸਨ ਇਸ ਕੰਮ ਤੇ ਲੱਗਿਆ ਰਿਹਾ ਵੀ ਉਹ ਉੱਥੇ ਤੱਕ ਨਾ ਪਹੁੰਚਣ, ਔਰ ਕਿਸ ਤਰੀਕੇ ਦੇ ਨਾਲ ਇਹਨਾਂ ਨੇ ਸਾਰਾ ਮਾਹੌਲ ਖਰਾਬ ਕਰਕੇ ਮਤਲਬ ਇੱਕ ਬਹੁਤ ਵੱਡੀ ਸੁਰੱਖਿਆ ਦੇ ਵਿੱਚ ਜਿਹੜੀ ਚੂਕ ਕੀਤੀ ਹੈ। ਮੇਰਾ ਖਿਆਲ ਹੈ ਵੀ ਪ੍ਰਦੇਸ਼ ਦੇ ਲੋਕ ਇਹਨਾਂ ਨੂੰ ਮਾਫ ਨਹੀਂ ਕਰਨਗੇ। ਪ੍ਰਧਾਨ ਮੰਤਰੀ ਜੀ ਦੀ ਗੱਡੀ ਰੁਕੀ ਗਈ ਹੈ ਜੀ, ਕਿ ਉਹਨਾਂ ਦੇ ਕਹੇ ਤੋਂ ਰੁਕੀ ਗਈ ਜਾਂ ਐਸਪੀਜੀ ਕਮਾਂਡੋ ਦੇ ਕਹੇ ਤੋਂ ਰੁਕੀ ਗਈ ਸੀ? ਉੱਥੇ ਪ੍ਰਧਾਨ ਮੰਤਰੀ ਦੀ ਗੱਡੀ ਜਿਹੜੀ ਰੋਕੀ ਗਈ ਸੀ ਉੱਥੇ 18 19 20 ਮਿੰਟ ਰੁਕੀ ਗਈ ਹੈ ਮੂਵਮੈਂਟ ਲਈ, ਉਸ ਟਾਈਮ ਕਿਹਨੇ ਰੁਕਵਾਈ ਸੀਗੀ ਜੀ? ਤੁਹਾਨੂੰ ਵੈਸੇ ਪਤਾ ਹੋਊਗਾ ਕ੍ਰਿਸ਼ਨ ਜੀ, ਜਦੋਂ ਪ੍ਰੋਟੋਕੋਲ ਲੱਗਦਾ ਹੈ ਪੀਐਮ ਸਾਹਿਬ ਦਾ ਜਾਂ ਕੋਈ ਵੀ ਵੀਆਈਪੀ ਪਰਸਨ ਹੈ ਤਾਂ ਉਹ ਸਾਰਾ ਪ੍ਰੋਟੋਕੋਲ ਪ੍ਰਸ਼ਾਸਨ ਕੋਲੇ ਚਲਾ ਜਾਂਦਾ ਹੈ। ਲੇਕਿਨ ਚਾਹੇ ਰਾਸ਼ਟਰਪਤੀ ਜੀ ਹੋਣ ਚਾਹੇ ਪ੍ਰਧਾਨ ਮੰਤਰੀ ਜੀ ਹੋਣ, ਉਹਨਾਂ ਦੀ ਗੱਡੀ 1 ਮਿੰਟ ਲਈ ਵੀ ਕਿਸੇ ਜਗ੍ਹਾ ਤੇ ਰੁਕ ਨਹੀਂ ਸਕਦੀ। ਈਵਨ ਕਿ ਜੇ ਡੰਗਰ ਵੀ ਆ ਜਾਣ ਨਾ, ਡੰਗਰ ਵੀ ਅਲਾਉਡ ਨਹੀਂ ਹੁੰਦੇ ਵੀ ਉਹ ਸੜਕ ਦੇ ਉੱਪਰੋਂ ਕ੍ਰਾਸ ਕਰਨ ਜਾਂ ਉਹਦੀ ਵੀ ਧਿਆਨ ਰੱਖਣਾ ਹੁੰਦਾ ਪ੍ਰਸ਼ਾਸਨ ਨੇ। ਤੇ ਇਹ ਤਾਂ 25-30 ਮਿੰਟ ਦੀ ਗੱਲ ਕਰ ਰਹੇ ਹਾਂ ਆਪਾਂ। ਸੂਬਾ ਸਰਕਾਰ ਨੂੰ ਐਸਐਸਪੀ ਜਿਹੜੀ ਗੱਲ ਅੱਗੇ ਸਾਹਮਣੇ ਆਈ ਆ, ਕਿਸਾਨ ਨੇ ਜਿਹੜੇ ਲਗਾਤਾਰ ਕਾਲ ਦੇ ਰਹੇ ਸੀ ਕਿ ਅਸੀਂ ਪ੍ਰਧਾਨ ਮੰਤਰੀ ਦਾ ਵਿਰੋਧ ਕਰਾਂਗੇ, ਕਿਉਂਕਿ 750 ਕਿਸਾਨਾਂ ਦੀਆਂ ਜਿਹੜੀਆਂ ਉੱਥੋਂ ਡੈੱਡ ਬੋਡੀਆਂ ਆਈਆਂ ਨੇ, ਕਿਉਂਕਿ ਝੰਡਿਆਂ ਦੇ ਵਿੱਚ ਲਿਪਟ ਕੇ। ਪਰ ਇਹ ਰੈਲੀ ਕਿਉਂ ਰੱਖੀ ਗਈ ਫਿਰੋਜ਼ਪੁਰ, ਮਤਲਬ ਕਿ ਉੱਥੇ ਜਾ ਕੇ ਬਿਲਕੁਲ ਸੀਮਾ ਦੇ ਕੋਲੇ ਜਾ ਕੇ? ਦੇਖੋ ਜੀ, ਇਹ ਇੱਕ ਡੈਮੋਕ੍ਰੇਸੀ ਦੇ ਵਿੱਚ ਸਭ ਨੂੰ ਆਪਣੀ ਗੱਲ ਕਹਿਣ ਦਾ ਅਧਿਕਾਰ ਹੈ।
ਭਾਰਤੀ ਜਨਤਾ ਪਾਰਟੀ ਇੱਕ ਨੈਸ਼ਨਲ ਪਾਰਟੀ ਹੈ। ਅਸੀਂ ਨੇ ਇਲੈਕਸ਼ਨ ਵੀ ਮੂਹਰੇ ਲੜਨੀ ਹੈ, ਪੂਰੇ ਸੂਬੇ ਦੇ ਵਿੱਚ ਵੀ ਲੜਨੀ ਹੈ, ਪੂਰੇ ਦੇਸ਼ ਦੇ ਵਿੱਚ ਵੀ ਲੜਦੇ ਹਾਂ। ਅਸੀਂ ਆਪਣੀ ਰੈਲੀ ਜਾਂ ਕਿਸੇ ਤਰ੍ਹਾਂ ਦਾ ਵੀ ਪ੍ਰੋਗਰਾਮ ਕਿਸੇ ਜਗ੍ਹਾ ਤੇ ਰੱਖਦੇ ਹਾਂ, ਉਹ ਅਸੀਂ ਆਪਣੀ ਪਾਰਟੀ ਦੀ ਯੋਜਨਾ ਮੁਤਾਬਕ ਹੀ ਰੱਖਦੇ ਹਾਂ। ਲੇਕਿਨ ਜਿਹੜਾ ਕਿਸੇ ਨੇ ਪ੍ਰੋਟੈਸਟ ਕਰਨਾ ਹੈ, ਤੁਹਾਨੂੰ ਪਤਾ ਹੈ ਵੀ ਮੇਰਾ ਖਿਆਲ ਹੈ ਵੀ ਇਸ ਤੋਂ ਚੰਗਾ ਪ੍ਰਧਾਨ ਮੰਤਰੀ ਦੇਸ਼ ਨੂੰ ਕਿੱਥੋਂ ਮਿਲੂਗਾ। ਸਾਰੀਆਂ ਮੰਗਾਂ ਕਿਸਾਨਾਂ ਦੀਆਂ ਮੰਗੀਆਂ, ਔਰ ਜਿਵੇਂ ਵੀ ਉਹਨਾਂ ਨੇ ਕਿਹਾ ਵੀ ਬਿੱਲ ਵਾਪਸ, ਉਹਨੇ ਬਿੱਲ ਵਾਪਸ ਹੋਏ। ਇਹਦੇ 'ਚ ਮੈਂ ਥੋੜਾ ਜਿਹਾ ਦੋਸ਼ ਕਿਸਾਨਾਂ ਦਾ ਘੱਟ ਕਹਿ ਰਿਹਾ। ਇਹ ਸਿਰਫ ਔਰ ਸਿਰਫ ਜਿਹੜੀ ਕੌਨਸਪੀਰੈਂਸੀ ਹੈ ਕਾਂਗਰਸ ਸਰਕਾਰ ਦੀ ਹੈ, ਔਰ ਇਹਨਾਂ ਦੀ ਨਲੇਕੀ ਹੈ ਕਾਂਗਰਸ ਦੀ। ਚੰਨੀ ਸਾਹਿਬ ਤਾਂ ਕਹਿੰਦੇ ਵੀ 1 ਕਿਲੋਮੀਟਰ ਦਾ ਜਿਹੜਾ ਏਰੀਆ ਦੀ ਬਿਲਕੁਲ ਸਾਫ਼ ਸੀਗਾ, ਪਰ ਜਿਹੜਾ ਅੰਦੋਲਨ ਹੈ, ਅੰਦੋਲਨਕਾਰੀਆਂ ਨੇ ਮੌਕੇ ਤੇ ਆ ਕੇ ਸਾਨੂੰ ਵੀ ਨਹੀਂ ਪਤਾ ਲੱਗਿਆ ਅੰਦੋਲਨਕਾਰੀ ਕਦੋਂ ਆਏ ਨੇ। ਤੁਸੀਂ ਸਿਆਣੇ ਹੋ, ਇਸ ਗੱਲ ਨੂੰ ਦੱਸੋ ਵੀ ਸਟੇਟ ਦਾ ਹੈੱਡ ਹੈ ਉਹ, ਮੁੱਖ ਮੰਤਰੀ ਜਿਹੜੀ ਗੱਲ ਕਰ ਰਹੇ ਨੇ, ਜਦੋਂ ਇੱਕ ਮਤਲਬ ਥੋੜੇ ਜਿਹੇ ਪ੍ਰਦਰਸ਼ਨਕਾਰੀ, ਤੁਸੀਂ ਤੁਹਾਡੇ ਧਿਆਨ 'ਚ ਹੋਊਗਾ ਭਵਾਨੀਗੜ੍ਹ ਦੇ ਵਿੱਚ ਰਾਹੁਲ ਗਾਂਧੀ ਦੀ ਫੇਰੀ ਹੋਈ ਸੀ, ਨਾ ਤਾਂ ਉਹ ਕੋਈ VIP ਨੇ, ਨਾ ਹੀ ਕੋਈ ਉਹ ਪ੍ਰਾਈਮ ਮਿਨਿਸਟਰ ਨੇ, ਨਾ ਕਿਸੇ ਤਰ੍ਹਾਂ ਦਾ ਹੋਰ ਉਹਨਾਂ ਦਾ ਵਿਅਹੁਦਾ ਹੈ। ਲੇਕਿਨ ਸਾਡੀਆਂ ਸ਼ਹਿਰ ਦੀਆਂ ਗਲੀਆਂ ਬੰਦ ਕਰਤੀਆਂ ਸੀ, ਔਰ ਪਿੰਡਾਂ ਦੇ ਵਿੱਚੋਂ ਵੀ ਮੂਵਮੈਂਟ ਬੰਦ ਹੋ ਗਈ ਸੀ। ਐਸਾ ਕੁਝ ਨਹੀਂ ਹੁੰਦਾ ਜਦੋਂ ਪ੍ਰਸ਼ਾਸਨ ਆਪਣੀ ਪੂਰੀ ਮੁਸਤੈਦੀ ਦੇ ਨਾਲ ਖੜਦਾ ਹੈ ਤਾਂ ਕੋਈ ਵੀ ਮਤਲਬ ਇਹ ਰੂਟ ਦੇ ਵਿੱਚ ਕੁਤਾਹੀ ਨਹੀਂ ਹੁੰਦੀ। ਪੂਰੇ ਦੇਸ਼ 'ਚ ਹੀ ਜਾ ਰਹੇ ਨੇ ਪ੍ਰਧਾਨ ਮੰਤਰੀ ਜੀ। ਛੱਤੀਸਗੜ੍ਹ ਵਿੱਚ ਜਾ ਕੇ ਆਏ ਨੇ, ਤੁਸੀਂ ਦੇਖਿਆ ਹੋਊਗਾ ਇੱਧਰ ਆਪਣਾ ਕਿਹੜਾ ਸੂਬਾ ਜਿੱਥੇ ਹੁਣ ਇਲੈਕਸ਼ਨ ਨਾਲ ਆਪਣੇ UP ਦੇ ਵਿੱਚ, ਮਤਲਬ ਹਰ ਜਗ੍ਹਾ ਤੇ ਇਹਨਾਂ ਦੀ ਮੂਵਮੈਂਟ ਹੋ ਰਹੀ ਹੈ। ਲੇਕਿਨ ਇਹ ਕਨਸਪੀਰੈਂਸੀ ਹੈ ਕਾਂਗਰਸ ਦੀ। ਮਤਲਬ ਕਿ ਉਹਦੀ ਜਾਨ ਨੂੰ ਬਿਲਕੁਲ ਕੋਈ ਵੀ ਖਤਰਾ ਨਹੀਂ ਸੀ। ਜਿਹੜੀ BJP ਦੀ ਜਿਹੜੀ ਰੈਲੀ ਕੀਤੀ ਜਿਹੜੀ 70,000 ਕੁਰਸੀ ਲਾਈ ਗਈ ਸੀ, ਮਤਲਬ ਬੰਦਾ 700 ਪਹੁੰਚਿਆ ਉੱਥੇ, ਉਹਦੇ ਕਰਕੇ ਕਹਿੰਦੇ ਇਹਨਾਂ ਨੇ ਕੋਈ ਕਹਾਣੀ ਹੋਰ ਘੜਤੀ। ਦੇਖੋ, ਕਿਸੇ ਦੇ ਕਹਿਣ ਨਾਲ ਝੂਠ ਆ ਜਿਹੜਾ ਉਹ ਸੱਚ ਨਹੀਂ ਬਣ ਸਕਦਾ। ਮੈਂ ਉੱਥੇ 3 ਦਿਨ ਮੌਜੂਦ ਰਿਹਾ, ਔਰ ਤੁਸੀਂ ਸਾਰੇ ਸੋਸ਼ਲ ਮੀਡੀਆ ਤੇ ਦੇਖ ਰਹੇ ਹੋ, ਜਿੰਨੀ ਵੀ ਉੱਥੇ ਸੰਖਿਆ ਸੀਗੀ, ਜਿੰਨੇ ਪੰਡਾਲ 'ਚ ਲੋਕ ਸੀ ਉਨੇ ਬੱਸਾਂ 'ਚ ਬੈਠੇ ਸੀ, ਔਰ ਇੰਨਾ ਉਤਸ਼ਾਹ ਸੀ ਪੰਜਾਬ ਦੇ ਵਿੱਚ। ਇਸ ਵਾਰ ਕੋਈ ਇਹ ਨਹੀਂ ਸੀਗਾ, ਕਿਉਂਕਿ ਹਜੇ ਪਾਰਟੀ ਲੈਵਲ ਪਹਿਲਾਂ ਸੀ, ਮਤਲਬ ਇੱਕ ਸਾਡੀ ਤਾਂ ਇੱਕ ਇੰਡੀਪੈਂਡੈਂਟ ਇਲੈਕਸ਼ਨ ਪਹਿਲੀ ਹੈ ਵੀ ਲੋਕਾਂ ਦੇ ਵਿੱਚ ਇੱਕ ਪੰਜਾਬ ਦੇ ਵਿੱਚ ਕਰੰਟ ਹੈ। ਭਾਰਤੀ ਜਨਤਾ ਪਾਰਟੀ ਨੇ ਬੱਸਾਂ ਦੇ ਵਿੱਚ ਜਾ ਕੇ ਉੱਥੇ, ਤੁਸੀਂ 70,000 ਦੀ ਗੱਲ ਕਰਦੇ ਹੋ, ਲੱਖਾਂ ਦੇ ਗਿਣਤੀ ਦੇ ਵਿੱਚ ਲੋਕ ਉੱਥੇ ਪਹੁੰਚੇ ਹੋਏ ਸੀ। ਔਰ ਮੈਂ ਜਿਹੜੀ ਤੁਹਾਨੂੰ ਪਹਿਲਾਂ ਗੱਲ ਕਹੀ ਹੈ, 10,000 ਪੁਲਿਸ ਵਾਲਾ ਜਿਹੜਾ ਇਹਨਾਂ ਨੇ ਉੱਥੇ ਕਰਮਚਾਰੀ ਲਾਇਆ ਸੀ, ਉਹ ਸਿਰਫ ਔਰ ਸਿਰਫ ਇਸ ਮਨਸਾ ਨਾਲ ਸੀ ਵੀ ਇਹਨਾਂ ਦੇ ਲੋਕ ਉੱਥੇ ਤੱਕ ਨਾ ਪਹੁੰਚ ਸਕਣ। ਪਰ ਫਿਰ ਵੀ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ, ਸਾਡੀ ਸਾਰੀ ਟੀਮ, ਔਰ ਜਿਹੜੇ ਮੈਂ ਕਹਿੰਦਾ ਵੀ ਲੋਕ ਉੱਥੇ ਰੈਲੀ ਦੇ ਵਿੱਚ ਪਹੁੰਚੇ ਨੇ, ਅਸੀਂ ਧੰਨਵਾਦ ਵੀ ਕਰਦੇ ਹਾਂ ਉਹਨਾਂ ਦਾ ਵੀ ਸਾਡੇ ਉੱਥੇ ਸਾਰੇ ਮਤਲਬ ਪੂਰੇ ਇੰਤਜ਼ਾਮ ਸੀ। ਸਿਰਫ ਔਰ ਸਿਰਫ ਇਹਨਾਂ ਦੀ ਕੁਤਾਹੀ ਸੀ ਜਿਹੜੀ ਰੂਟ ਦੀ ਜਾਂ ਸੁਰੱਖਿਆ ਦੀ। ਤੁਸੀਂ ਗੱਲ ਕੀਤੀ ਹੈ ਵੀ ਪ੍ਰਧਾਨ ਮੰਤਰੀ ਜੀ ਪੈਕੇਜ ਲੈ ਕੇ ਆ ਰਹੇ ਸੀ, ਪਰ ਦੂਜੇ ਪਾਸੇ ਕਿਸਾਨਾਂ ਦਾ ਜਿਹੜਾ ਰੋਸ ਹੈ ਵੀ ਜਿਹੜੇ 3 ਕਾਲੇ ਕਾਨੂੰਨ ਮਾਫ ਹੋਏ ਨੇ, ਉਹ 'ਚ MSP ਦਾ ਅਜੇ ਤੱਕ ਕੋਈ ਲਿਖਤੀ ਤੌਰ ਤੇ ਨਹੀਂ ਦਿੱਤਾ ਗਿਆ, ਤੇ ਦੂਜੀ ਜਿਹੜੇ ਲਖੀਮਪੁਰ ਦੇ ਮੰਤਰੀ ਦਾ ਅਸਤੀਫਾ ਨਹੀਂ ਹਜੇ ਆਇਆ, ਇਸ ਕਰਕੇ ਕਿਸਾਨਾਂ ਦੇ ਵਿੱਚ ਰੋਸ ਸੀ। ਇਹਦੇ ਬਾਰੇ ਤੁਹਾਡਾ ਕੀ ਕਹਿਣਾ? ਮੈਂ ਤੁਹਾਨੂੰ 2 ਗੱਲਾਂ ਇਹ ਦੱਸ ਰਿਹਾ। ਜਦੋਂ ਆਪਣੀ ਮੇਨ ਲੜਾਈ ਸੀ, ਜਿਹੜੀ 3 ਬਿੱਲ ਪਾਸ ਹੋਏ, MSP ਵਾਸਤੇ ਕਮੇਟੀ ਬਣ ਗਈ, ਉਹਦੇ ਵਿੱਚ 5 ਬੰਦੇ। ਕਮੇਟੀ ਅਜੇ ਤੱਕ ਨਾ ਹੀ 900 ਹੋਏ, ਕਿੱਥੋਂ ਬਣ ਗਈ ਕਮੇਟੀ? ਦੱਸੋ ਕਿਹੜੇ ਨਾਮ? ਕਮੇਟੀ ਜਿਹੜੀ ਇਹਨਾਂ ਨੇ ਕੇਂਦਰ ਸਰਕਾਰ ਨੇ ਇਹਨਾਂ ਤੋਂ 5 ਨਾਮ ਮੰਗੇ ਸੀ, ਉਹ ਨਾਮ ਪਾਏ ਨੇ ਉਹਦੇ ਵਿੱਚ, ਔਰ ਉਸ ਦੇ ਉੱਤੇ ਵਰਕਿੰਗ ਵੀ ਸ਼ੁਰੂ ਹੋਈ ਹੈ। ਇਹ ਤੁਹਾਡੇ ਲਈ ਪੂਰੀ ਜਾਣਕਾਰੀ ਨਹੀਂ ਹੋਣੀ। ਕਮੇਟੀ MSP ਦੀ ਜਿਹੜੀ ਕਮੇਟੀ ਬਣੀ ਹੈ, ਉਹ ਸੈਂਟਰ ਦੀ ਕਮੇਟੀ ਬਣੀ ਹੋਈ ਹੈ, ਔਰ ਉਸ ਤੇ ਵਰਕਿੰਗ ਵੀ ਸ਼ੁਰੂ ਹੋਈ ਹੈ। ਨੰਬਰ 2 ਤੇ ਕਿਸੇ ਤਰ੍ਹਾਂ ਦਾ ਵੀ ਮੈਂ ਕਹਿੰਦਾ ਮੇਰੀਆਂ ਵੀ ਅੱਜ ਕੋਈ ਮੰਗਾਂ ਹੋ ਸਕਦੀਆਂ ਨੇ ਸਰਕਾਰ ਤੋਂ। ਇਹਦਾ ਕੋਈ ਇਹ ਤਰੀਕਾ ਤਾਂ ਨਹੀਂ ਹੈ ਵੀ ਸਾਡੇ ਪ੍ਰਧਾਨ ਮੰਤਰੀ ਜੀ ਆ ਰਹੇ ਨੇ, ਅਸੀਂ ਉਹਨਾਂ ਦੀ ਮਤਲਬ ਸੁਰੱਖਿਆ ਦੇ ਵਿੱਚ ਵੀ ਆਪਾਂ ਉਹ ਕਰੀਏ, ਕੁਤਾਹੀ ਕਰੀਏ। ਪ੍ਰਧਾਨ ਇੰਟੈਲੀਜੈਂਸ ਫੇਲਿਅਰ ਵੀ ਹੈ। ਉਹਨਾਂ ਨੂੰ ਇੰਨਾ ਨਹੀਂ ਪਤਾ ਕਿ ਵੈਦਰ ਇਸ ਦਿਨ, ਜਦੋਂ ਬੱਚੇ ਨੂੰ ਪਤਾ ਕਿ ਵੈਦਰ ਖਰਾਬ ਹੋਊਗਾ ਤਾਂ ਉਸ ਵੈਦਰ ਦੇ ਵਿੱਚ ਉਹੀ ਡੇਟ ਕਿਉਂ ਚੁਣੀ ਗਈ? ਨਹੀਂ, ਇਹ ਤਾਂ ਹੁਣ ਲਗਾਤਾਰ ਅੱਜ ਵੀ ਮੌਸਮ ਖਰਾਬ ਹੈ, ਕੱਲ ਵੀ ਮੌਸਮ ਖਰਾਬ ਹੈ ਜੀ। ਇਹ ਤਾਂ ਦੇਖੋ ਇੱਕ ਇਲੈਕਸ਼ਨ ਦਾ ਮੋੜ ਹੈ, ਅਸੀਂ ਨੇ ਲੈਣੀ ਆਪਣੀਆਂ ਕਰਨੀਆਂ ਨੇ, ਮੂਹਰੇ ਵੀ ਹੋ ਸਕਦੀ ਹੈ ਇਹ ਗੱਲ। ਬਟ ਜਦੋਂ ਉਹਦੇ 'ਚ ਕੋਈ ਇਹ ਤਾਂ ਹੈ ਨਹੀਂ ਵੀ ਅਸੀਂ ਬਾਏ 에ਅਰ ਹੀ ਸਾਰੀਆਂ ਰੈਲੀਆਂ ਕਰਨੀਆਂ ਨੇ, ਬਾਏ ਰੋਡ ਵੀ ਜਾ ਸਕਦੇ ਨੇ PM ਸਾਹਿਬ। ਕੀ ਫਿਰ ਤੁਸੀਂ ਇਹ ਜਿਹੜੀ ਫਰਜ਼ ਕਰੋ ਚੰਨੀ ਸਰਕਾਰ ਨੇ ਇਹ ਜਾਣ ਕੇ ਮਤਲਬ ਇਹ ਕੀਤਾ ਹੈਗਾ ਤੇ ਪੈਕੇਜ ਰੋਕ ਲਿਆ ਜੀ ਇੱਕ ਹਿਸਾਬ ਨਾਲ, ਕੀ ਹੁਣ ਇਹਦਾ ਮਤਲਬ ਤੁਸੀਂ ਪੈਕੇਜ ਨਹੀਂ ਦਿਓਗੇ ਪੰਜਾਬ? ਤੁਸੀਂ ਮੈਂ ਤੁਹਾਡਾ ਸਵਾਲ ਬਿਲਕੁਲ ਠੀਕ ਹੈ। ਮੈਂ ਇਹ ਕਹਿ ਰਿਹਾ ਵੀ ਸਰਕਾਰ ਦੀ ਮਨਸਾ ਪੁੱਛੋ ਨਾ ਵੀ ਕਾਂਗਰਸ ਦੀ ਕੀ ਹੈ, ਵੀ ਉਹ ਭਾਰਤੀ ਜਨਤਾ ਪਾਰਟੀ ਜੋ ਅਪੇਕਸ਼ਾ ਸਾਡੀ ਲੋਕਾਂ ਦੀ ਸਰਕਾਰ ਤੋਂ, ਸੈਂਟਰ ਦੀ ਸਰਕਾਰ ਤੋਂ, ਔਰ ਪੰਜਾਬ ਦੇ ਸੂਬੇ ਨੂੰ ਇਹੀ ਤੇ ਗੱਲ ਮੈਂ ਕਹਿ ਰਿਹਾ ਵੀ ਪੰਜਾਬ ਦੇ ਸੂਬੇ ਦੇ ਲਈ ਇੱਕ ਬਹੁਤ ਵੱਡਾ ਧੱਕਾ ਕਾਂਗਰਸ ਨੇ ਮਾਰਿਆ ਇਹ। ਭਾਰਤੀ ਜਨਤਾ ਪਾਰਟੀ ਉਹ ਪੈਕੇਜ ਆਊਗਾ ਪੰਜਾਬ ਨੂੰ, ਉਹ ਪੈਕੇਜ ਮਿਲੇਗਾ ਕਿ ਨਹੀਂ ਮਿਲੇਗਾ? ਪ੍ਰਧਾਨ ਮੰਤਰੀ ਜੀ ਦਾ ਅਗਲਾ ਪ੍ਰੋਗਰਾਮ ਕਦੇ ਵੀ ਤੈਅ ਹੋ ਸਕਦਾ ਹੈ। ਇਹਦੇ ਬਾਰੇ ਜਦੋਂ ਵੀ ਕੋਈ ਸਟੇਟ ਦੇ ਵਿੱਚੋਂ ਜਾਂ ਉਹ ਵਰਚੁਅਲੀ ਵੀ ਹੋ ਸਕਦਾ ਹੈ। ਨਹੀਂ, ਦੇਖੋ ਇਨ ਫਿਊਚਰ ਕੀ ਹੋ ਸਕਦਾ ਹੈ। ਫਿਲਹਾਲ ਤਾਂ ਜਿਹੜੇ ਹਾਲਾਤ ਨੇ, ਹੁਣ ਤੁਸੀਂ ਇਹ ਲਾਓ ਵੀ ਇਹਨਾਂ ਨੇ ਇੱਕ ਵਾਰ ਸੂਬੇ ਦੇ ਵਿੱਚ ਇੱਕ ਡਰ ਦਾ ਮਾਹੌਲ ਪੈਦਾ ਕਰਤਾ। ਅੱਜ ਕੌਣ ਹੈ ਇਹੋ ਜਿਹਾ ਬੰਦਾ ਜਿਹੜਾ ਇੱਥੇ ਇਨਵੈਸਟਮੈਂਟ ਕਰਨ ਵਾਸਤੇ ਆਵੇਗਾ? ਤੁਸੀਂ ਇਹਨਾਂ ਗੱਲਾਂ ਦੀ ਵਜ੍ਹਾ ਆਪਾਂ ਇਸ ਗੱਲ ਬਾਰੇ ਜਾਈਏ ਕਿ ਸੂਬੇ ਦੀ ਤਰੱਕੀ ਜੇ ਹੁੰਦੀ ਹੈ ਕਿਸੇ ਇੰਡਸਟਰੀਆਂ ਦੇ ਨਾਲ ਹੁੰਦੀ ਹੈ। ਕੀ ਤੁਸੀਂ ਸੋਚ ਸਕਦੇ ਹੋ ਅੱਜ ਪੂਰੇ ਵਰਲਡ ਦੇ ਵਿੱਚ ਇਹ ਮੈਸੇਜ ਗਿਆ ਹੈ ਵੀ ਪੰਜਾਬ ਦੇ ਵਿੱਚ ਜਿਹੜੀ ਸਰਕਾਰ ਹੈ ਐਡੀ ਨਿਕੰਮੀ ਹੈ ਵੀ ਜਿੱਥੇ ਇੱਕ ਪ੍ਰਧਾਨ ਮੰਤਰੀ ਸੁਰੱਖਿਅਤ ਨਹੀਂ,
ਤੇ ਉੱਥੇ ਕੀ ਇਨਵੈਸਟਮੈਂਟ ਜਾਊਗੀ? ਜੀਵਨ ਜੀ, ਤੁਹਾਡੀ ਇਸੇ ਗੱਲ ਦਾ ਜਵਾਬ ਮੈਂ ਤੁਹਾਡੇ ਤੋਂ ਇੱਕ ਕੁਐਸਚਨ ਕਰਨਾ ਚਾਹੁੰਦਾ ਕਿ ਇੱਕ ਸਾਲ ਜਿਹੜਾ ਕਿਸਾਨ ਦੀ ਅੰਨਦਾਤਾ ਕਿਹਾ ਜਾਂਦਾ ਉਹ ਦਿੱਲੀ ਦੇ ਬਾਰਡਰਾਂ ਤੇ ਰੁਲਿਆ, ਕਿ ਉਹ ਵਰਲਡ ਦੇ ਵਿੱਚ ਮੈਸੇਜ ਨਹੀਂ ਗਿਆ? ਜਿਹੜੀ ਗੱਲ ਉਹ ਤਾਂ ਆਪਣੀ ਗੱਲ ਪਹਿਲਾਂ ਇਹੀ ਕਹੀ ਹੈ ਨਾ ਤੁਹਾਨੂੰ ਵੀ ਉਹ ਤਾਂ ਖਤਮ ਹੋ ਗਿਆ ਮੁੱਦਾ। ਇੱਕ ਜਦੋਂ ਜਿਹੇ ਉਹ ਬਿੱਲ ਜੀਵਨ ਜੀ, ਮੁੱਦਾ ਅਜੇ ਖਤਮ ਨਹੀਂ ਹੋਇਆ। ਕਿਸਾਨਾਂ ਦੇ ਹਜੇ ਪੂਰੇ ਜਿਹੜੇ ਫੈਸਲਿਆਂ ਦੇ ਕੋਈ ਕੀ ਜਾਣਕਾਰੀ ਹੈ, ਪਰ ਜੇ ਉਹ ਸਾਰੇ ਉੱਥੋਂ ਉੱਠ ਕੇ ਆਏ ਨੇ, ਸਾਰੇ ਕਿਸਾਨ ਲੀਡਰ ਉਹ ਆਗੂ ਸਿਆਣੇ ਨੇ, ਉਹਨਾਂ ਦੇ ਵਿੱਚ ਸਾਰੀ ਚੀਜ਼ ਹੋਈ ਹੈ, ਤਾਂ ਹੀ ਇਹ ਧਰਨਾ ਖਤਮ ਕੀਤਾ ਉਹਨਾਂ ਨੇ। ਔਰ ਦੂਸਰੀ ਗੱਲ ਇਹ ਰਹੀ ਵੀ ਜੇ ਸਾਡਾ ਸਰਕਾਰ ਪ੍ਰਤੀ ਸਾਡੀ ਬਿਲਕੁਲ ਅਸੀਂ ਮੰਗਦੇ ਹਾਂ, ਤੁਸੀਂ ਵੀ ਮੰਗਦੇ ਹੋ, ਕੋਈ ਵੀ ਸਮਾਜ ਹੈ, ਸਾਡਾ ਰਾਈਟ ਵੀ ਬਣਦਾ ਉਹਨਾਂ ਤੋਂ ਮੰਗਣਾ, ਪਰ ਇਹ ਤਰੀਕਾ ਠੀਕ ਨਹੀਂ ਨਾ ਵੀ ਸਰਕਾਰ ਉਹ 'ਚ ਇਨਵੋਲਵ ਹੋ ਕੇ ਇਸ ਤਰੀਕੇ ਦੀ ਕੁਤਾਹੀ ਕਰੇ। ਦੇਸ਼ ਦੇ ਪ੍ਰਧਾਨ ਕੱਲ ਕੋਈ ਵੀ ਵੱਡੀ ਘਟਨਾ ਹੋ ਸਕਦੀ ਸੀ, ਉਹਦੇ ਲਈ ਕੌਣ ਜ਼ਿੰਮੇਵਾਰ ਹੁੰਦਾ? ਦੇਸ਼ ਦੇ ਪ੍ਰਧਾਨ ਮੰਤਰੀ ਨੇ 700 ਕਿਸਾਨ ਸ਼ਹੀਦ ਹੋਏ ਨੇ, ਉਹਨਾਂ ਲਈ ਇੱਕ ਵਾਰ ਵੀ ਸ਼ਹੀਦੀ ਦੀ ਸ਼ਰਧਾਂਜਲੀ ਦੀ ਇੱਕ ਵਾਰ ਵੀ 2 ਸ਼ਬਦ ਨਹੀਂ ਨਿਕਲੇ। ਉਸ ਬਾਰੇ ਤੁਹਾਡਾ ਕੀ ਕਹਿਣਾ ਹੈਗਾ? ਜਿਹੜੀ ਵੀ ਕੋਈ ਇਸ ਤਰੀਕੇ ਦੀ ਗੱਲਬਾਤ ਆਈ ਹੈ, ਪਹਿਲਾਂ ਵੀ ਮੀਡੀਆ ਦੇ ਵਿੱਚ ਇਹ ਗੱਲਾਂ ਚੱਲ ਰਹੀਆਂ ਨੇ। ਪ੍ਰਧਾਨ ਮੰਤਰੀ ਜੀ ਨੇ ਆਪਣੇ ਸੰਬੋਧਨ ਦੇ ਵਿੱਚ ਇਹ ਗੱਲ ਮਾਫੀ ਵੀ ਮੰਗੀ ਹੈ ਔਰ ਕਿਹਾ ਵੀ ਹੈ ਵੀ ਜਿਹੜੇ ਇਹ ਬਿੱਲ ਸੀਗੇ, ਠੀਕ ਹੈ ਵੀ ਅਸੀਂ ਸਮਝਾ ਨਹੀਂ ਪਾਏ ਲੋਕਾਂ ਨੂੰ, ਉਹਨੂੰ ਹੁਣ ਤੁਸੀਂ ਪਤਾ ਨਹੀਂ ਵੀ ਆਪਾਂ ਕੀ ਚਾਹੁੰਦੇ ਹਾਂ, ਹੋਰ ਕਿਸ ਤਰੀਕੇ ਦੇ ਨਾਲ ਉਹਨੂੰ ਇੰਪਲੀਮੈਂਟ ਕਰਾਉਣਾ ਚਾਹੁੰਦੇ ਹਾਂ ਗੱਲ ਨੂੰ। ਦੂਸਰੀ ਗੱਲ, ਜਦੋਂ ਖੁੱਲੇ ਦਿਲ ਨਾਲ ਉਹਨਾਂ ਨੇ ਬਿੱਲ ਹੀ ਵਾਪਸ ਕਰ ਲਏ ਔਰ ਦੂਸਰੀ ਫਿਰ ਪੰਜਾਬ ਸੂਬੇ ਦੇ ਲਈ ਤਰੱਕੀ ਦੇ ਲਈ ਉਹ ਆਪਣਾ ਪਲਾਨ ਵੀ ਕਰ ਰਹੇ ਸੀ, ਤੇ ਉਹਦੇ ਵਿੱਚ ਕਾਂਗਰਸ ਨੂੰ ਇਸ ਤਰ੍ਹਾਂ ਦੀ ਕੁਤਾਹੀ ਕਰਨ ਦੀ ਲੋੜ ਨਹੀਂ ਸੀ ਨਾ। ਸਰ ਜੇ ਗੱਲ ਕਰਦੇ ਹੋ ਤੁਸੀਂ ਕਿ ਹੈ ਤੁਹਾਡੇ ਕੋਲੇ ਸ਼ਾਇਦ ਇਸ ਚੀਜ਼ ਦੀ ਜਾਣਕਾਰੀ ਨਹੀਂ, ਜਦੋਂ ਵੀਆਈਪੀ ਰੂਟ ਲੱਗਦਾ ਹੈ ਉੱਥੇ ਤਾਂ ਜਿਵੇਂ ਕਹਿੰਦੇ ਨੇ ਆਪਾਂ ਇੱਕ ਸ਼ਬਦ ਹੈ ਵੀ ਪਰਿੰਦਾ ਵੀ ਪਰ ਨਹੀਂ ਮਾਰਨਾ ਹੁੰਦਾ, ਇੱਕ ਪ੍ਰੋਟੋਕੋਲ ਹੁੰਦਾ ਸਿਕਿਉਰਿਟੀ ਦਾ। ਔਰ ਜਦੋਂ ਇਹਦੇ ਲਈ ਇੱਕ ਟਾਈਮ ਤੈਅ ਹੋਊਗਾ, ਪੀਐਮ ਨੂੰ ਮਿਲਣ ਦੇ ਲਈ ਕੋਈ ਕਿਸੇ ਤੇ ਇਹ ਥੋੜੀ ਵੀ ਰੋਕ ਹੈ, ਇਹ ਆਪਦਾ ਡੈਲੀਗੇਸ਼ਨ ਲੈ ਕੇ ਜਾਣ, ਸਮਾਂ ਲੈ ਕੇ ਜਿੱਥੇ ਮਰਜ਼ੀ ਆਪਣੀ ਗੱਲ ਕਰਨ। ਉਹ ਕਹਿ ਸਕਦੇ ਸੀ ਲੋਕਾਂ ਨੂੰ ਜੀ, ਇਹ ਚੀਜ਼ ਬਾਰੇ ਕਹਿ ਸਕਦੇ ਸੀ ਵੀ ਸਾਨੂੰ ਪਤਾ ਹੈ, ਇਹਨਾਂ ਨੂੰ ਸਾਰਾ ਹੀ ਪਤਾ ਹੈ ਜੀ, ਪਹਿਲਾਂ ਵੀ ਛਵੀ ਹੈ। ਪਾਰਟੀ ਕੀ ਮੰਗ ਕਰਦੀ ਹੈ ਜਿਹੜੀ ਡੀਜੀਪੀ ਨੂੰ ਬਰਖਾਸਤ ਕਰੋ ਜਾਂ ਸਰਕਾਰ ਨੂੰ ਬਰਖਾਸਤ ਕਰੋ, ਇਹ ਕਲੀਅਰ ਨਹੀਂ ਹੋ ਰਿਹਾ। ਹੁਣ ਸਾਡੀ ਪਾਰਟੀ ਦਾ ਮਸਲਾ ਨਹੀਂ, ਪੰਜਾਬ ਦੀ ਸਟੇਟ ਦਾ ਮਸਲਾ ਹੈ, ਇਹ ਤਾਂ ਸੂਬੇ ਦੇ ਲੋਕ ਹੀ ਮੰਗ ਰਹੇ ਨੇ ਵੀ ਇਹ ਨਕਮੀ ਸਰਕਾਰ ਹੈ, ਹਟਣੀ ਚਾਹੀਦੀ ਹੈ। ਕਿ ਸੂਬਾ ਹੁਣ ਰਾਸ਼ਟਰਪਤੀ ਰਾਜਵਲ ਜਿਵੇਂ ਲੋਕਾਂ ਦੀ ਦੇਖੋ ਰਾਏ ਹੈ, ਮੇਰੇ ਖਿਆਲ ਪਬਲਿਕ ਦੀ ਡਿਮਾਂਡ ਵੀ ਐਸੀ ਹੈ, ਕੁਛ ਆ ਰਹੀ ਹੈ, ਜਿਵੇਂ ਪੰਜਾਬ ਦੇ ਲੋਕ ਚਾਹਣਗੇ ਉਸ ਤਰ੍ਹਾਂ ਦਾ ਹੋਣਾ ਚਾਹੀਦਾ। ਪੰਜਾਬ ਦੇ ਲੋਕ ਮੈਨੂੰ ਲੱਗਦਾ ਵੀ ਨਹੀਂ ਚਾਹੁੰਦੇ। ਡਿਮਾਂਡ ਕੀ ਹੈ ਪਾਰਟੀ ਕੋਲੋਂ? ਸਾਡੀ ਤਾਂ ਡਿਮਾਂਡ ਇਹ ਹੈ ਵੀ ਇਹ ਨਕਮੀ ਸਰਕਾਰ ਹੈ, ਜਾਣੀ ਚਾਹੀਦੀ ਹੈ। ਰਾਸ਼ਟਰਪਤੀ ਰਾਜ ਲੱਗਣਾ ਚਾਹੀਦਾ। ਹਾਂ, ਕੁਝ ਵੀ ਇਹਦਾ ਅਲਟਰਨੇਟ ਨਿਕਲੇ, ਪਰ ਇਹ ਸਰਕਾਰ ਜਾਣੀ ਚਾਹੀਦੀ ਹੈ। ਇਹਦਾ ਸੀਐਮ ਸਾਹਿਬ ਦਾ ਇੱਕ ਬਹੁਤ ਵੱਡਾ ਕਹਾਂਗੇ ਵੀ ਸਿਕਿਉਰਿਟੀ ਦੇ ਵਿੱਚ ਜਿਹੜੀ ਚੂਕ ਕੀਤੀ ਇਹਨਾਂ ਨੇ, ਬਹੁਤ ਚੰਨੀ ਸਾਹਿਬ ਨੇ ਵੀ ਦੋਸ਼ ਲਾਇਆ ਜੀ ਬੀਜੇਪੀ ਇਸ ਮੁੱਦੇ ਨੂੰ ਲੈ ਕੇ ਰਾਜਨੀਤੀ ਕਰ ਰਹੀ ਹੈ, ਇਹਦਾ ਕੋਈ ਇਸ਼ੂ ਨਹੀਂ ਬਣਦਾ ਸੀਗਾ, ਚੰਨੀ ਸਾਹਿਬ ਦਾ ਕਹਿਣਾ ਹੈਗਾ। ਉਹਨਾਂ ਲਵੇ ਕਹਿਣ ਲਈ ਹੋਰ ਕੁਝ ਹੈ ਨਹੀਂ ਨਾ, ਕਿਉਂਕਿ ਉੱਥੇ 2 ਪ੍ਰੋਗਰਾਮ ਹੋਰ ਸੀ ਜਿੱਥੇ ਚੰਨੀ ਸਾਹਿਬ ਵੀ ਹੋ ਸੀ, ਮੇਰੇ ਲਵੇ ਉਹ ਸ਼ਾਇਦ ਮੈਂ ਕਾਰਡ ਲੈ ਕੇ ਨਹੀਂ ਆਇਆ, ਉਹਦੇ ਵਿੱਚ ਸੁਖਬੀਰ ਸਿੰਘ ਬਾਦਲ ਵੀ ਬੁਲਾਏ ਹੋਏ ਸੀ, ਚੰਨੀ ਵੀ ਸੀਗੇ, ਔਰ ਦੂਸਰਾ ਜਿਹੜੇ ਮੁੱਖ ਮੰਤਰੀ ਹੈ ਪੰਜਾਬ ਦੇ ਕਾਂਗਰਸ ਦੇ, ਔਰ ਇਹ ਸਾਰੇ ਲੋਕ ਉੱਥੇ ਬੁਲਾਏ ਹੋਏ ਸੀ। ਇਹ ਉਸ ਪ੍ਰੋਗਰਾਮ 'ਚ ਵੀ ਨਹੀਂ ਪਹੁੰਚੇ, ਉਹ ਸਰਕਾਰੀ ਪ੍ਰੋਗਰਾਮ ਵੀ ਸੀ ਉੱਥੇ। ਓਕੇ ਜੀ।